ਪਿਆਰੇ ਬੱਚੇ ਸਤਿ ਸ਼੍ਰੀ ਅਕਾਲ। ਆਓ ਇਸ ਵੀਡੀਓ ਦੇ ਵਿੱਚ ਆਪਾਂ 11ਵੀਂ ਕਲਾਸ ਦੇ ਇਤਿਹਾਸ ਦੇ ਮਾਡਲ ਟੈਸਟ ਪੇਪਰ 14ਵੇਂ ਦੇ ਓਬਜੈਕਟਿਵ ਟਾਈਪ ਪ੍ਰਸ਼ਨਾਂ ਨੂੰ ਹੱਲ ਕਰੀਏ। ਕਿਉਂਕਿ ਜਿਹੜਾ ਮਾਡਲ ਟੈਸਟ ਪੇਪਰ ਨੰਬਰ 12 ਹੈ ਉਹ 12ਵੀਂ ਜਮਾਤ ਦਾ ਅਪਲੋਡ ਹੋਇਆ ਹੈ, ਅਤੇ ਜਿਹੜਾ ਮਾਡਲ ਟੈਸਟ ਪੇਪਰ 13ਵਾਂ ਹੈ ਉਹ ਹੂਬਹੂ ਮਾਡਲ ਟੈਸਟ ਪੇਪਰ 9ਵੇਂ ਵਾਲਾ ਹੀ ਹੈ। ਤਾਂ ਤੁਸੀਂ 9ਵਾਂ ਅਤੇ 13ਵਾਂ ਇੱਕੋ ਹੀ ਹੈ, ਅਤੇ ਆਪਾਂ ਕਰਦੇ ਹਾਂ 14ਵੇਂ ਦੇ ਪ੍ਰਸ਼ਨਾਂ ਨੂੰ ਹੱਲ। ਪਹਿਲਾ ਪ੍ਰਸ਼ਨ ਹੈ, ਸਿੰਧੂ ਘਾਟੀ ਦੇ ਲੋਕ ਕਿਸ ਜਾਨਵਰ ਤੋਂ ਜਾਣੂ ਨਹੀਂ ਸਨ? ਉੱਤਰ ਹੈ ਸ਼ੇਰ। ਆਰੀਆ ਲੋਕਾਂ ਦੇ ਪਰਿਵਾਰ ਕਿਸ ਤਰ੍ਹਾਂ ਦੇ ਹੁੰਦੇ ਸਨ? ਪਿਤਾ ਪ੍ਰਧਾਨ। ਤੀਜਾ ਪ੍ਰਸ਼ਨ ਹੈ, ਮਹਾਤਮਾ ਬੁੱਧ ਦੇ ਜਨਮ ਸਥਾਨ ਦਾ ਕੀ ਨਾਂ ਸੀ? ਤਾਂ ਇਹ ਹੈ ਲੁੰਬਨੀ। ਚੌਥਾ ਪ੍ਰਸ਼ਨ ਹੈ, ਚੰਦਰਗੁਪਤ ਮੌਰੀਆ ਨੇ ਆਪਣੇ ਸਾਮਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ? ਉੱਤਰ ਹੈ 4। ਅਸ਼ਵਕੋਸ਼ ਕੌਣ ਸੀ? ਬੋਧੀ। ਛੇਵਾਂ ਪ੍ਰਸ਼ਨ ਹੈ, ਹਰਸ਼ਵਰਧਨ ਦੇ ਪਿਤਾ ਦਾ ਕੀ ਨਾਂ ਸੀ? ਪ੍ਰਭਾਕਰ ਵਰਧਨ। ਸੱਤਵਾਂ ਹੈ, ਤਰਾਇਣ ਦੀ ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਨੇ ਕਿਸ ਨੂੰ ਹਰਾਇਆ? ਉੱਤਰ ਹੈ ਪ੍ਰਿਥਵੀਰਾਜ ਚੌਹਾਨ। ਬਲਬਨ ਨੇ ਕਿਸ ਤਰ੍ਹਾਂ ਦੀ ਨੀਤੀ ਅਪਣਾਈ? ਆਪਸ਼ਨ ਸੱਸਾ, ਲਹੂ ਅਤੇ ਲੋਹ ਦੀ। ਕਿਹੜੇ ਮੁਗਲ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਕਾਰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ? ਤਾਂ ਇਹ ਹੈ ਆਪਸ਼ਨ ਈਡੀ ਜਹਾਂਗੀਰ। 10ਵਾਂ ਪ੍ਰਸ਼ਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿੰਨੇ ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਆਏ? ਤਾਂ ਆਪਸ਼ਨ ਆੜਾ 52। ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ? 1556 ਈਸਵੀ ਵਿੱਚ। ਅਕਬਰ ਨੇ ਹਿੰਦੂਆਂ ਤੋਂ ਲਏ ਜਾਣ ਵਾਲੇ ਕਿਹੜੇ ਕਰ ਮਾਫ ਕਰ ਦਿੱਤੇ? ਤਾਂ ਆਪਸ਼ਨ ਸੱਸਾ, ਜਜੀਆ ਕਰ ਤੇ ਤੀਰਥ ਕਰ। 13ਵਾਂ ਪ੍ਰਸ਼ਨ ਹੈ, ਬੰਦਾ ਬਹਾਦਰ ਨੇ ਕਿਸ ਥਾਂ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾਇਆ? ਉੱਤਰ ਹੈ ਸੱਸਾ, ਲੋਹਗੜ੍ਹ ਨੂੰ। ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਦੀ ਵਾਗਡੋਰ ਕਦੋਂ ਮਿਲੀ? ਤਾਂ ਇਹ ਪ੍ਰਸ਼ਨ ਦੋ ਤਰੀਕੇ ਨਾਲ ਸਹੀ ਹੋ ਸਕਦਾ ਹੈ, ਕਿਉਂਕਿ 1792 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਗੱਦੀ 'ਤੇ ਬੈਠੇ ਸੀ, ਪਰ ਅਸਲੀ ਵਾਗਡੋਰ ਉਹਨਾਂ ਨੂੰ 1797 ਈਸਵੀ ਦੇ ਵਿੱਚ ਮਿਲੀ, ਕਿਉਂਕਿ ਉਹਨਾਂ ਨੇ ਸਾਰਾ ਕੰਮਕਾਰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ। ਉਸ ਤੋਂ ਪਹਿਲਾਂ ਉਹਨਾਂ ਦੇ ਮਾਤਾ ਅਤੇ ਦੀਵਾਨ ਸੀ ਜਿਹੜੇ ਉਹ ਉਹਨਾਂ ਦੀ ਮਦਦ ਕਰਦੇ ਸੀ। ਤਾਂ ਤੁਸੀਂ ਇਹਦਾ ਉੱਤਰ ਲਗਾਉਣਾ ਹੈ 1797 ਈਸਵੀ ਵਿੱਚ। ਭਾਰਤ ਵਿੱਚ ਪਹਿਲਾਂ ਕਿਹੜੀ ਯੂਰਪੀਅਨ ਜਾਤੀ ਆਈ? ਤਾਂ ਆਪਸ਼ਨ ਈਡੀ ਪੁਰਤਗਾਲੀ। ਸਹਾਇਕ ਸੰਧੀ ਨੂੰ ਕਿਸ ਨੇ ਸ਼ੁਰੂ ਕੀਤਾ? ਲਾਰਡ ਵੈਲਜ਼ਲੀ ਨੇ। ਨਾਮਧਾਰੀ ਲਹਿਰ ਦੇ ਮੋਢੀ ਕੌਣ ਸਨ? ਬਾਬਾ ਰਾਮ ਸਿੰਘ ਜੀ। 18ਵਾਂ ਪ੍ਰਸ਼ਨ ਹੈ, ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਕਦੋਂ ਹੋਇਆ? 1919 ਨੂੰ ਵਿਸਾਖੀ ਵਾਲੇ ਦਿਨ। 19ਵਾਂ ਹੈ, ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ? 1928 ਈਸਵੀ। ਜੈ ਹਿੰਦ ਦਾ ਨਾਅਰਾ ਕਿਸ ਨੇ ਲਗਾਇਆ? ਸੁਭਾਸ਼ ਚੰਦਰ ਬੋਸ। ਪਾਗੜਾ ਖਾਲੀ ਥਾਵਾਂ ਵੱਲ ਚੱਲਦੇ ਹਾਂ। ਪਹਿਲੀ ਹੈ, ਸਿੰਧੂ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਮਹਾਂਭਾਰਤ ਦੀ ਰਚਨਾ ਮਹਾਂਰਿਸ਼ੀ ਵੇਦ ਵਿਆਸ ਨੇ ਕੀਤੀ। ਤੀਜਾ ਹੈ, ਸ਼ਿਵਾਜੀ ਦੀ ਮਾਤਾ ਦਾ ਨਾਂ ਜੀਜਾ ਬਾਈ ਸੀ। ਚੌਥਾ ਹੈ, 1857 ਈਸਵੀ ਦੇ ਵਿਦਰੋਹ ਦਾ ਤਤਕਾਲੀ ਕਾਰਨ ਚਰਬੀ ਵਾਲੇ ਕਾਰਤੂਸ ਸਨ। ਪੰਜਵਾਂ ਹੈ, ਗਦਰ ਪਾਰਟੀ ਦੀ ਅਖਬਾਰ ਦਾ ਨਾਂ ਗਦਰ ਸੀ। ਠੀਕ ਜਾਂ ਗਲਤ ਵੱਲ ਚੱਲਦੇ ਹਾਂ। ਪਹਿਲੀ ਹੈ, ਆਰੀਆ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਬਿਲਕੁਲ ਸਹੀ। ਦੂਜਾ ਹੈ, ਅਸ਼ੋਕ ਨੇ ਜੈਨ ਧਰਮ ਦੀ ਸਰਪ੍ਰਸਤੀ ਕੀਤੀ। ਇਹ ਗਲਤ ਹੈ, ਕਿਉਂਕਿ ਉਹਨਾਂ ਨੇ ਬੁੱਧ ਧਰਮ ਦੀ ਸਰਪ੍ਰਸਤੀ ਕੀਤੀ ਸੀ। ਤੀਜਾ ਹੈ, ਮੱਧ ਏਸ਼ੀਆ ਦੀ ਇੱਕ ਲੜਾਕੂ ਤੇ ਅਤਿਆਚਾਰੀ ਜਾਤੀ ਸੀ। ਇਹ ਬਿਲਕੁਲ ਠੀਕ ਹੈ। ਚੌਥਾ ਹੈ, ਨੀਲ ਦਾ ਵਪਾਰ ਅੰਗਰੇਜ਼ਾਂ ਦੇ ਹੱਥਾਂ ਵਿੱਚ ਸੀ। ਇਹ ਵੀ ਠੀਕ ਹੈ। ਤੇ ਪੰਜਵੀਂ ਹੈ, ਜੂਨਾਗੜ੍ਹ ਦੀ ਰਿਆਸਤ ਭਾਰਤ ਨਾਲ ਰਲਣਾ ਚਾਹੁੰਦੀ ਸੀ। ਇਹ ਗਲਤ ਹੈ, ਕਿਉਂਕਿ ਇਹ ਰਿਆਸਤ ਪਾਕਿਸਤਾਨ ਨਾਲ ਰਲਣਾ ਚਾਹੁੰਦੀ ਸੀ। ਚੱਲਦੇ ਹਾਂ ਭਾਗ ਸੱਸਾ ਪੈਰੇ ਵਾਲੇ ਪ੍ਰਸ਼ਨਾਂ 'ਤੇ। ਪੈਰਾ ਪੜ੍ਹਨ ਤੋਂ ਬਾਅਦ ਹੀ ਤੁਸੀਂ ਵੈਸੇ ਉੱਤਰ ਦੇਣੇ ਹੁੰਦੇ ਹੈ, ਪਰ ਆਪਾਂ ਤੁਹਾਨੂੰ ਹੱਲ ਕਰਵਾ ਰਹੇ ਹਾਂ। ਤੁਸੀਂ ਪੈਰਾ ਜ਼ਰੂਰ ਪੜ੍ਹਨਾ ਹੈ। ਪਹਿਲਾ ਪ੍ਰਸ਼ਨ ਹੈ, ਗੁਪਤ ਵੰਸ਼ ਦਾ ਮੋਢੀ ਕੌਣ ਸੀ? ਤਾਂ ਸ਼੍ਰੀ ਗੁਪਤ ਵੰਸ਼ ਦਾ ਮੋਢੀ ਸੀ। ਦੂਜਾ ਪ੍ਰਸ਼ਨ ਹੈ, ਗੁਪਤ ਵੰਸ਼ ਦੇ ਦੋ ਮਹਾਨ ਸਮਰਾਟਾਂ ਦੇ ਨਾਂ ਦੱਸੋ? ਸਮੁੰਦਰ ਗੁਪਤ ਅਤੇ ਚੰਦਰਗੁਪਤ ਵਿਕਰਮਾਦਿੱਤ ਗੁਪਤ ਵੰਸ਼ ਦੇ ਦੋ ਮਹਾਨ ਸਮਰਾਟ ਸਨ। ਤੀਜਾ ਹੈ, ਗੁਪਤ ਕਾਲ ਨੂੰ ਭਾਰਤੀ ਇਤਿਹਾਸ ਵਿੱਚ ਸੁਨਹਿਰੀ ਯੁੱਗ ਦੇ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ? ਕਿਉਂਕਿ ਗੁਪਤ ਕਾਲ ਵਿੱਚ ਭਾਰਤ ਨੇ ਸਮਾਜਿਕ, ਆਰਥਿਕ, ਸਾਹਿਤਿਕ ਤੇ ਕਲਾ ਦੇ ਖੇਤਰਾਂ ਵਿੱਚ ਬਹੁਤ ਉੱਨਤੀ ਕੀਤੀ ਸੀ। ਇਸੇ ਕਰਕੇ ਗੁਪਤ ਕਾਲ ਨੂੰ ਭਾਰਤੀ ਇਤਿਹਾਸ ਵਿੱਚ ਸੁਨਹਿਰੀ ਯੁੱਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚੌਥਾ ਪ੍ਰਸ਼ਨ ਹੈ, ਭਾਰਤੀ ਨੈਪੋਲੀਅਨ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ? ਬਹੁਤ ਵਾਰ ਪ੍ਰਸ਼ਨ ਆ ਚੁੱਕਾ ਹੈ। ਉੱਤਰ ਹੈ ਸਮੁੰਦਰ ਗੁਪਤ। ਪੰਜਵਾਂ ਪ੍ਰਸ਼ਨ ਹੈ, ਚੰਦਰਗੁਪਤ ਦੂਜਾ ਕਿਸ ਸਮਰਾਟ ਦਾ ਪੁੱਤਰ ਸੀ? ਜਦੋਂ ਤੁਸੀਂ ਪੈਰੇ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਅਖੀਰਲੀਆਂ ਲਾਈਨਾਂ ਦੇ ਵਿੱਚ ਇਹਦਾ ਉੱਤਰ ਹੈ ਚੰਦਰਗੁਪਤ ਦੂਜਾ ਸਮੁੰਦਰ ਗੁਪਤ ਦਾ ਪੁੱਤਰ ਸੀ। ਚੱਲਦੇ ਹਾਂ ਦੂਜੇ ਪੈਰੇ ਦੇ ਪ੍ਰਸ਼ਨਾਂ ਵੱਲ। ਪਹਿਲਾ ਪ੍ਰਸ਼ਨ ਹੈ, ਰਾਸ਼ਟਰੀ ਅੰਦੋਲਨ ਦੇ ਜਨਮ ਦਾ ਕਾਰਨ ਕੀ ਸੀ?
ਤਾਂ ਰਾਸ਼ਟਰੀ ਅੰਦੋਲਨ ਦੇ ਜਨਮ ਦਾ ਕਾਰਨ ਇਹ ਸੀ ਕਿ ਜੋ ਭਾਰਤੀਆਂ ਉੱਪਰ ਵਿਦੇਸ਼ੀ ਰਾਜ ਦੇ ਅਤਿਆਚਾਰ ਤੇ ਵਧੀਕੀਆਂ ਹੋ ਰਹੀਆਂ ਸੀ, ਇਹਨਾਂ ਤੋਂ ਲੋਕ ਹੈ ਜਿਹੜੇ ਉਹ ਅੱਕ ਚੁੱਕੇ ਸੀ। ਇਸ ਕਰਕੇ ਉਹ ਆਜ਼ਾਦੀ ਚਾਹੁੰਦੇ ਸੀ। ਇਹੀ ਕਾਰਨ ਸੀ ਕਿ ਰਾਸ਼ਟਰੀ ਅੰਦੋਲਨ ਦਾ ਜਨਮ ਹੋਇਆ। ਦੂਜਾ ਹੈ ਸਮਾਜ ਤੇ ਧਰਮ ਸੁਧਾਰਕਾਂ ਦੇ ਨਾਂ ਲਿਖੋ। ਤਾਂ ਇਹਦੇ ਪਹਿਰੇ ਦੇ ਵਿੱਚ ਹੀ ਲਿਖੇ ਹੋਏ ਆ ਰਾਜਾ ਰਾਮ ਮੋਹਨ ਰਾਏ, ਸਵਾਮੀ ਦਇਆਨੰਦ ਅਤੇ ਸਵਾਮੀ ਵਿਵੇਕਾਨੰਦ। ਤੀਜਾ ਪ੍ਰਸ਼ਨ ਹੈ ਬ੍ਰਹਮੋ ਸਮਾਜ ਦੀ ਨੀਂਹ ਕਿਸਨੇ ਰੱਖੀ? ਬ੍ਰਹਮੋ ਸਮਾਜ ਦੀ ਨੀਂਹ ਰੱਖੀ ਸੀ ਰਾਜਾ ਰਾਮ ਮੋਹਨ ਰਾਏ ਨੇ। ਚੌਥਾ ਪ੍ਰਸ਼ਨ ਜੋ ਹੈ ਤੁਹਾਡਾ, ਸਵਰਾਜ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸਨੇ ਕੀਤੀ ਸੀ? ਭਾਵੇਂ ਪਹਿਰੇ ਦੇ ਵਿੱਚ ਇਸ ਬਾਰੇ ਕੁਝ ਵੀ ਨਹੀਂ ਲਿਖਿਆ ਹੋਇਆ, ਪਰ ਇਹਦਾ ਉੱਤਰ ਹੈ ਤੁਹਾਡਾ ਦਾਦਾ ਭਾਈ ਨੌਰੋਜੀ। ਇਹ ਤੁਹਾਨੂੰ ਯਾਦ ਰੱਖਣਾ ਪਏਗਾ। ਪੰਜਵਾਂ ਤੁਹਾਡਾ ਪ੍ਰਸ਼ਨ ਹੈ ਸਮਾਜ ਤੇ ਧਰਮ ਸੁਧਾਰਕਾਂ ਨੇ ਕਿਸ ਤਰ੍ਹਾਂ ਭਾਰਤ ਦੇ ਲੋਕਾਂ ਨੂੰ ਜਾਗਰਿਤ ਕੀਤਾ? ਤਾਂ ਜਿਹੜੇ ਸਮਾਜ ਤੇ ਧਰਮ ਸੁਧਾਰਕ ਸੀ, ਉਹਨਾਂ ਨੇ ਭਾਰਤੀ ਲੋਕਾਂ ਨੂੰ ਆਪਣੇ ਬਜ਼ੁਰਗਾਂ ਦੀਆਂ ਮਹਾਨ ਸਫਲਤਾਵਾਂ ਬਾਰੇ ਦੱਸ ਕੇ, ਸਮਾਜਿਕ ਅਤੇ ਰਾਜਨੀਤਿਕ ਚੇਤਨਾ ਪੈਦਾ ਕਰਕੇ ਅਤੇ ਆਪਣੇ ਅਗਾਂਹ-ਵਧੂ ਵਿਚਾਰਾਂ ਨਾਲ ਜਾਗਰੂਕ ਕਰਕੇ ਭਾਰਤੀ ਲੋਕਾਂ ਨੂੰ ਜਾਗਰਿਤ ਕੀਤਾ ਸੀ। ਇਹ ਸੀ ਤੁਹਾਡੇ ਮਾਡਲ ਟੈਸਟ ਪੇਪਰ ਨੰਬਰ 14ਵੇਂ ਦੇ ਪ੍ਰਸ਼ਨਾਂ ਦੇ ਹੱਲ। ਪੇਪਰ ਤੁਹਾਡਾ ਬਹੁਤ ਨਜ਼ਦੀਕ ਆ ਰਿਹਾ, ਇਸੇ ਕਰਕੇ ਉਮੀਦ ਹੈ ਕਿ ਤੁਸੀਂ ਬਹੁਤ ਤਿਆਰੀ ਦੇ ਵਿੱਚ ਲੱਗੇ ਹੋਏ ਹੋ। ਆਲ ਦੀ ਬੈਸਟ।